ਦੋਸਤੋ, ਇਹ ਕਹਾਣੀ ਹੈ ਲਵਲੀ ਦੀ, ਜੋ ਇੱਕ ਵਿਆਹ ਵਿੱਚ ਗਈ ਸੀ। ਉੱਥੇ ਉਸਨੂੰ ਰਾਜਨ ਨੇ ਪਸੰਦ ਕਰ ਲਿਆ। ਉਹ ਸੋਹਣਾ ਤਾਂ ਨਹੀਂ ਸੀ, ਪਰ ਚੰਗੇ ਘਰ ਦਾ ਸੀ ਅਤੇ ਲਵਲੀ ਗਰੀਬ ਘਰ ਦੀ ਸੀ। ਦੋਨਾਂ ਦਾ ਰਿਸ਼ਤਾ ਪੱਕਾ ਹੋ ਗਿਆ ਅਤੇ ਫਿਰ ਵਿਆਹ ਇਸ ਸ਼ਰਤ 'ਤੇ ਹੋਇਆ ਕਿ ਰਾਜਨ ਉਸਨੂੰ ਨੌਕਰੀ ਕਰਨ ਤੋਂ ਨਹੀਂ ਰੋਕੇਗਾ। ਰਾਜਨ ਇਸ ਗੱਲ ਲਈ ਤਿਆਰ ਨਹੀਂ ਸੀ। ਵਿਆਹ ਦੀ ਪਹਿਲੀ ਰਾਤ ਜਦੋਂ ਰਾਜਨ ਲਵਲੀ ਕੋਲ ਗਿਆ ਤਾਂ ਉਹ ਬੈੱਡ ਤੋਂ ਉੱਠ ਕੇ ਰੋਂਦੇ ਹੋਏ ਸੋਫੇ 'ਤੇ ਜਾ ਬੈਠੀ। ਖੈਰ, ਕਿਸੇ ਤਰ੍ਹਾਂ ਰਾਜਨ ਨੇ ਇਸ ਰਾਤ ਦਾ ਮਾਮਲਾ ਹੱਲ ਕੀਤਾ ਅਤੇ ਜ਼ਿੰਦਗੀ ਗੁਜ਼ਰਨ ਲੱਗੀ। ਬੱਚੇ ਹੋਏ, ਉਹ ਵੀ ਬਹੁਤ ਪਿਆਰੇ ਸਨ। ਰਾਜਨ ਨੂੰ ਸ਼ੱਕ ਹੋਇਆ ਕਿ ਇੰਨੇ ਪਿਆਰੇ ਬੱਚੇ ਮੇਰੇ ਨਹੀਂ ਹੋ ਸਕਦੇ। ਇਸ ਲਈ ਉਹ ਆਪਣੀ ਪਤਨੀ ਲਵਲੀ 'ਤੇ ਸ਼ੱਕ ਕਰਨ ਲੱਗਿਆ ਅਤੇ ਇੱਕ ਦਿਨ ਉਸਦੇ ਪਿੱਛੇ ਉਸਦੇ ਆਫਿਸ ਵਿੱਚ ਗਿਆ ਤਾਂ ਉਹ ਦੇਖਦਾ ਹੈ ਕਿ ਲਵਲੀ ਆਫਿਸ ਜਾਣ ਦੀ ਬਜਾਏ ਨਾਲ ਵਾਲੀ ਕੋਠੀ ਵਿੱਚ ਚਲੀ ਗਈ, ਜੋ ਕਿ ਉਸਦੇ ਬੌਸ ਦੀ ਸੀ। ਬਸ ਫਿਰ ਕੀ ਸੀ, ਰਾਜਨ ਤਾਂ ਪਾਗਲ ਹੋ ਗਿਆ। ਫਿਰ ਉਸਨੇ ਕੀ ਕਦਮ ਚੁੱਕਿਆ? ਕਿ ਲਵਲੀ ਸੱਚਮੁੱਚ ਹੀ ਗਲਤ ਸੀ? ਕੀ ਹੋਇਆ ਇਸ ਕਹਾਣੀ ਦਾ ਅੰਜਾਮ? ਇਹ ਸਭ ਜਾਣਨ ਲਈ ਕਹਾਣੀ ਨੂੰ ਅਖੀਰ ਤੱਕ ਜ਼ਰੂਰ ਸੁਣਿਓ। ਤਾਂ ਫਿਰ ਸ਼ੁਰੂ ਕਰਦੇ ਹਾਂ ਅੱਜ ਦੀ ਕਹਾਣੀ। ਜਦੋਂ ਇਹ ਖਬਰ ਮਿਲੀ ਕਿ ਸੀਮਾ ਦੇ ਭਾਈ ਰਾਜਨ ਨੇ ਆਪਣੀ ਪਤਨੀ ਅਤੇ ਫੁੱਲਾਂ ਵਰਗੇ 3 ਖੂਬਸੂਰਤ ਬੱਚਿਆਂ ਨੂੰ ਮੌਤ ਦੇ ਘਾਟ ਉਤਾਰ ਕੇ ਖੁਦਕੁਸ਼ੀ ਦੀ ਕੋਸ਼ਿਸ਼ ਕੀਤੀ ਹੈ, ਤਾਂ ਅਸੀਂ ਸਭ ਹੈਰਾਨ ਰਹਿ ਗਏ। ਰਾਜਨ ਦਾ ਘਰ ਸਾਡੇ ਘਰ ਦੇ ਨੇੜੇ ਹੀ ਸੀ ਅਤੇ ਉਹ ਬਹੁਤ ਟਾਈਮ ਤੋਂ ਕਿਸੇ ਦਿਮਾਗੀ ਪਰੇਸ਼ਾਨੀ ਦੀ ਜਕੜ ਵਿੱਚ ਸੀ। ਉਸਨੇ ਆਪਣੀ ਨੌਕਰੀ ਵੀ ਛੱਡ ਦਿੱਤੀ ਸੀ ਅਤੇ ਹੁਣ ਹਰ ਵੇਲੇ ਉਸਦੇ ਘਰ ਤੋਂ ਲੜਾਈ ਝਗੜੇ ਦੀਆਂ ਆਵਾਜ਼ਾਂ ਆਉਂਦੀਆਂ ਰਹਿੰਦੀਆਂ ਸਨ। ਰਾਜਨ ਪਹਿਲਾਂ ਅਜਿਹਾ ਨਹੀਂ ਸੀ। ਉਹ ਇੱਕ ਸ਼ਰੀਫ ਅਤੇ ਚੰਗਾ ਮੁੰਡਾ ਸੀ। ਅਸੀਂ ਉਹਨਾਂ ਨੂੰ ਬਹੁਤ ਸਾਲਾਂ ਤੋਂ ਜਾਣਦੇ ਸੀ, ਕਿਉਂਕਿ ਰਾਜਨ ਦੇ ਮਾਂ-ਬਾਪ ਦਾ ਘਰ ਸਾਡੇ ਘਰ ਦੇ ਸੱਜੇ ਪਾਸੇ ਸੀ। ਰਾਜਨ ਵਿਆਹ ਤੋਂ ਪਹਿਲਾਂ ਆਪਣੇ ਮਾਂ-ਬਾਪ ਨਾਲ ਰਹਿੰਦਾ ਸੀ, ਪਰ ਵਿਆਹ ਤੋਂ ਬਾਅਦ ਆਪਣੀ ਮਾਂ ਦੇ ਜ਼ੋਰ ਦੇਣ 'ਤੇ ਮਜਬੂਰ ਹੋ ਕੇ ਉਸਨੇ ਸਾਡੇ ਘਰ ਦੇ ਖੱਬੇ ਪਾਸੇ ਵੱਲ ਇੱਕ ਵਿਕਣ ਵਾਲਾ ਘਰ ਖਰੀਦ ਲਿਆ। ਇੱਕ ਪਾਸੇ ਸੀਮਾ ਅਤੇ ਉਸਦੇ ਮਾਂ-ਬਾਪ ਅਤੇ ਦੂਜੇ ਪਾਸੇ ਸੀਮਾ ਦਾ ਭਾਈ ਸਾਡੇ ਗੁਆਂਢੀ ਬਣ ਗਏ ਸਨ। ਸੀਮਾ ਮੇਰੀ ਬਚਪਨ ਦੀ ਸਹੇਲੀ ਸੀ ਅਤੇ ਅਸੀਂ 10ਵੀਂ ਤੱਕ ਇਕੱਠੀਆਂ ਪੜ੍ਹੀਆਂ ਸੀ। ਬਹੁਤ ਸਾਲਾਂ ਤੋਂ ਸਾਡਾ ਉਹਨਾਂ ਦੇ ਘਰ ਆਉਣਾ ਜਾਣਾ ਸੀ। ਇੱਕ ਦੂਜੇ ਦੀ ਹਰ ਖੁਸ਼ੀ ਅਤੇ ਗਮ ਵਿੱਚ ਅਸੀਂ ਸ਼ਾਮਿਲ ਹੁੰਦੇ ਸੀ ਅਤੇ ਸਾਡੇ ਘਰਦਿਆਂ ਦੇ ਵੀ ਇੱਕ ਦੂਜੇ ਨਾਲ ਚੰਗੇ ਸੰਬੰਧ ਸਨ। ਸੀਮਾ ਦੀ ਮੰਮੀ ਅਕਸਰ ਸਾਡੇ ਘਰ ਆਉਂਦੀ ਰਹਿੰਦੀ ਸੀ। ਉਹ ਘੰਟਾ ਮੰਮੀ ਕੋਲ ਬੈਠੀ ਗੱਲਾਂ ਕਰਦੀ ਰਹਿੰਦੀ ਸੀ। ਇੱਕ ਦਿਨ ਸੀਮਾ ਦੀ ਮੰਮੀ ਆਈ। ਉਹਨਾਂ ਨੇ ਦੱਸਿਆ ਕਿ ਉਹਨਾਂ ਦੀ ਵੱਡੀ ਕੁੜੀ ਦਾ ਵਿਆਹ ਹੈ। ਉਹ ਵਿਆਹ ਦਾ ਕਾਰਡ ਲੈ ਕੇ ਆਈ ਸੀ। ਇਸ ਵਾਰ ਉਹ ਬਹੁਤ ਦਿਨਾਂ ਬਾਅਦ ਸਾਡੇ ਘਰ ਆਈ ਸੀ। ਉਹਨਾਂ ਨੇ ਦੱਸਿਆ ਕਿ ਥੋੜ੍ਹੇ ਦਿਨਾਂ ਵਿੱਚ ਹੀ ਰਿਸ਼ਤਾ ਤੈਅ ਹੋ ਗਿਆ। ਇਸ ਲਈ ਉਹ ਬਹੁਤ ਬਿਜੀ ਸੀ। ਇਸ ਕਰਕੇ ਹੀ ਉਹ ਸਾਡੇ ਘਰ ਵੀ ਨਹੀਂ ਆ ਸਕੀ ਸੀ। ਉਹਨਾਂ ਨੇ ਸਾਡੇ ਤੋਂ ਮਾਫ਼ੀ ਮੰਗੀ ਕਿ ਉਹ ਪਹਿਲਾਂ ਇਸ ਬਾਰੇ ਵਿੱਚ ਸਾਨੂੰ ਨਹੀਂ ਦੱਸ ਸਕੀ ਅਤੇ ਉਹਨਾਂ ਨੇ ਵਾਰ-ਵਾਰ ਸਾਨੂੰ ਵਿਆਹ ਵਿੱਚ ਆਉਣ ਲਈ ਕਿਹਾ। ਸਾਨੂੰ ਸਭ ਨੂੰ ਬਹੁਤ ਖੁਸ਼ੀ ਹੋਈ। ਮੰਮੀ ਨੇ ਕਿਹਾ ਕਿ ਅਜਿਹੇ ਵੇਲੇ ਘਰ ਵਿੱਚ ਕੰਮ ਵੱਧ ਜਾਂਦਾ ਹੈ, ਇਸ ਲਈ ਮਾਫ਼ੀ ਦੀ ਕੀ ਗੱਲ ਹੈ। ਅਸੀਂ ਵਿਆਹ ਵਿੱਚ ਜ਼ਰੂਰ ਆਵਾਂਗੇ ਅਤੇ ਪੂਰੀ ਤਿਆਰੀ ਨਾਲ ਆਵਾਂਗੇ। ਮੈਂ ਉਹਨਾਂ ਨੂੰ ਹੱਸਦੇ ਹੋਏ ਕਿਹਾ। ਦੀਦੀ ਦੇ ਵਿਆਹ ਲਈ ਤਾਂ ਮੈਂ ਨਵੇਂ ਸੂਟ ਤੋਂ ਇਲਾਵਾ ਮੈਚਿੰਗ ਜਵੈਲਰੀ ਅਤੇ ਸੈਂਡਲ ਵੀ ਲਵਾਂਗੀ। ਆਂਟੀ ਨੇ ਮੇਰੀ ਗੱਲ ਸੁਣ ਕੇ ਹੱਸਦੇ ਹੋਏ ਖੁਸ਼ੀ ਨਾਲ ਮੈਨੂੰ ਗਲੇ ਲਗਾ ਲਿਆ। ਸਾਡੇ ਵਿੱਚ ਅਜਿਹਾ ਹੀ ਪਿਆਰ ਸੀ। ਵਿਆਹ ਵਾਲੇ ਦਿਨ ਅਸੀਂ ਜਦੋਂ ਉੱਥੇ ਪਹੁੰਚੇ ਤਾਂ ਖੂਬ ਰੌਣਕ ਸੀ। ਵਿਆਹ ਵਾਲੀ ਕੁੜੀ ਕੋਲ ਸੋਹਣੀਆਂ ਸੁਨੱਖੀਆਂ ਕੁੜੀਆਂ ਦੀ ਭੀੜ ਲੱਗੀ ਹੋਈ ਸੀ ਅਤੇ ਉਹ ਗੀਤ ਗਾ ਰਹੀਆਂ ਸਨ ਅਤੇ ਢੋਲਕੀ ਵਜਾ ਰਹੀਆਂ ਸਨ। ਉਹਨਾਂ ਵਿੱਚੋਂ ਕੁਝ ਕੁੜੀਆਂ ਉੱਠ ਖੜੀਆਂ ਹੋਈਆਂ ਅਤੇ ਨੱਚਣ ਲੱਗੀਆਂ। ਉਹਨਾਂ ਨੂੰ ਦੇਖ ਕੇ ਇੰਜ ਲੱਗ ਰਿਹਾ ਸੀ ਕਿ ਜਿਵੇਂ ਫੁੱਲਾਂ ਨਾਲ ਭਰੇ ਬਗੀਚੇ ਵਿੱਚ ਰੰਗ-ਬਿਰੰਗੀਆਂ ਤਿਤਲੀਆਂ ਲਹਿਰਾ ਰਹੀਆਂ ਹੋਣ। ਮੇਰੀ ਨਜ਼ਰ ਇੱਕ ਕੁੜੀ ਵੱਲ ਗਈ ਜੋ ਕੁੜੀਆਂ ਦੇ ਇਸ ਝੁਰਮਟ ਵਿੱਚ ਨੱਚ ਰਹੀ ਸੀ। ਉਹ ਮੈਨੂੰ ਚੰਗੀ ਲੱਗੀ। ਸੀਮਾ ਅਤੇ ਉਸਦਾ ਭਾਈ ਰਾਜਨ ਵਰਾਂਡੇ ਵਿੱਚ ਖੜ੍ਹੇ ਸਨ। ਮੇਰੀ ਨਜ਼ਰ ਉੱਧਰ ਗਈ। ਮੈਂ ਦੇਖਿਆ ਰਾਜਨ ਵੀ ਉਸੇ ਪਰੀ ਦੇ ਖਿਆਲਾਂ ਵਿੱਚ ਖੋਇਆ ਹੋਇਆ ਸੀ। ਉਹ ਇੱਕ ਪਾਸੇ ਖੜ੍ਹਾ ਉਸੇ ਵੱਲ ਵੇਖੀ ਜਾ ਰਿਹਾ ਸੀ। ਸ਼ਾਇਦ ਸੋਚ ਰਿਹਾ ਸੀ ਕਿ ਇਸ ਮਹਿਕਦੇ ਹੋਏ ਫੁੱਲ ਨੇ ਪਤਾ ਨਹੀਂ ਕਿਸ ਦੀ ਝੋਲੀ ਵਿੱਚ ਪੈਣਾ ਹੈ। ਇਸੇ ਸ਼ਾਮ ਸੀਮਾ ਸਾਡੇ ਘਰ ਰੋਟੀ ਲੈ ਕੇ ਆਈ। ਉਸਨੇ ਦੱਸਿਆ ਕਿ ਬਹੁਤ ਖਾਣਾ ਬਚ ਗਿਆ ਸੀ, ਇਸ ਲਈ ਮੰਮੀ ਨੇ ਮੁਹੱਲੇ ਵਿੱਚ ਵੰਡ ਦਿੱਤਾ ਹੈ। ਮੈਂ ਉਸਨੂੰ ਪੁੱਛਿਆ ਕਿ ਉਹ ਕੁੜੀ ਕੌਣ ਸੀ ਜਿਸਨੇ ਨੀਲੇ ਰੰਗ ਦਾ ਗਾਊਨ ਪਾਇਆ ਹੋਇਆ ਸੀ। ਦਰਅਸਲ ਉਸ ਵੇਲੇ ਅਸੀਂ ਆਪਣੇ ਭਾਈ ਲਈ ਕੁੜੀ ਦੇਖ ਰਹੇ ਸੀ, ਇਸ ਲਈ ਮੈਂ ਇਹ ਸਵਾਲ ਕੀਤਾ ਸੀ। ਸੀਮਾ ਨੇ ਕਿਹਾ, ਉਹ ਕੁੜੀ ਲਵਲੀ ਹੈ, ਮੇਰੀ ਦੀਦੀ ਦੀ ਸਹੇਲੀ ਦੀ ਛੋਟੀ ਭੈਣ। ਮੰਮੀ ਨੇ ਉਸਨੂੰ ਰਾਜਨ ਲਈ ਪਸੰਦ ਕਰ ਲਿਆ ਹੈ, ਕਿਉਂਕਿ ਵੀਰੇ ਨੂੰ ਵੀ ਉਹ ਬਹੁਤ ਪਸੰਦ ਹੈ। ਇਹ ਕਹਿ ਕੇ ਸੀਮਾ ਨੇ ਗੱਲ ਖਤਮ ਕਰ ਦਿੱਤੀ ਅਤੇ ਉਸ ਕੁੜੀ ਨੂੰ ਆਪਣੀ ਭਾਬੀ ਬਣਾਉਣ ਦਾ ਚਾਅ ਮੇਰੇ ਦਿਲ ਵਿੱਚ ਹੀ ਰਹਿ ਗਿਆ। ਸੀਮਾ ਨੇ ਬਾਅਦ ਵਿੱਚ ਦੱਸਿਆ ਕਿ ਕੁੜੀ ਗਰੀਬ ਘਰ ਦੀ ਹੈ ਅਤੇ ਨੌਕਰੀ ਕਰਦੀ ਹੈ ਅਤੇ ਹੁਣ ਮੰਮੀ ਉਸਨੂੰ ਆਪਣੀ ਨੂੰਹ ਨਹੀਂ ਬਣਾਉਣਾ ਚਾਹੁੰਦੀ, ਪਰ ਵੀਰ ਜੀ ਆਪਣੇ ਜਿੱਦ 'ਤੇ ਅੜੇ ਹੋਏ ਹਨ।
ਕਿ ਉਸੇ ਕੁੜੀ ਨਾਲ ਹੀ ਵਿਆਹ ਕਰਵਾਉਣਾ ਹੈ। ਖੈਰ, ਵਿਆਹ ਦਾ ਹੰਗਾਮਾ ਤਾਂ ਖਤਮ ਹੋ ਗਿਆ, ਪਰ ਰਾਜਨ ਦੇ ਦਿਲ ਵਿੱਚ ਇੱਕ ਹੋਰ ਹੰਗਾਮਾ ਉੱਠ ਖੜਾ ਹੋਇਆ। ਉਸਨੇ ਜਦੋਂ ਤੋਂ ਉਸ ਖੂਬਸੂਰਤ ਕੁੜੀ ਨੂੰ ਦੇਖਿਆ ਸੀ, ਉਹ ਤਾਂ ਆਪਣੇ ਹੋਸ਼ ਹੀ ਭੁਲਾਈ ਬੈਠਾ ਸੀ। ਉਸਨੇ ਖਾਣਾ ਪੀਣਾ ਵੀ ਛੱਡ ਦਿੱਤਾ ਸੀ। ਉਸਨੇ ਆਪਣੀ ਮੰਮੀ ਨੂੰ ਸਾਫ਼-ਸਾਫ਼ ਕਹਿ ਦਿੱਤਾ ਸੀ ਕਿ ਵਿਆਹ ਕਰੇਗਾ ਤਾਂ ਉਸੇ ਕੁੜੀ ਨਾਲ, ਨਹੀਂ ਤਾਂ ਕੁਆਰਾ ਹੀ ਰਹੇਗਾ। ਆਪਣੇ ਮੁੰਡੇ ਦੀ ਜਿੱਦ ਤੇ ਆਂਟੀ ਲਵਲੀ ਦੀ ਮੰਮੀ ਨਾਲ ਗੱਲਬਾਤ ਤੈਅ ਕਰ ਆਈ। ਉਹਨਾਂ ਲਈ ਇਹ ਰਿਸ਼ਤਾ ਕਿਸੇ ਚਮਤਕਾਰ ਤੋਂ ਘੱਟ ਨਹੀਂ ਸੀ, ਪਰ ਲਵਲੀ ਇਸ ਰਿਸ਼ਤੇ ਤੋਂ ਖੁਸ਼ ਨਹੀਂ ਸੀ। ਉਹ ਨੌਕਰੀ ਦੇ ਮਜ਼ੇ ਲੁੱਟਣਾ ਚਾਹੁੰਦੀ ਸੀ, ਜਦੋਂ ਕਿ ਆਂਟੀ ਜੀ ਨਹੀਂ ਚਾਹੁੰਦੇ ਸਨ ਕਿ ਉਹਨਾਂ ਦੀ ਹੋਣ ਵਾਲੀ ਨੂੰਹ ਨੌਕਰੀ ਕਰੇ। ਕੁੜੀ ਨੇ ਸ਼ਰਤ ਰੱਖ ਦਿੱਤੀ ਕਿ ਵਿਆਹ ਤਾਂ ਹੀ ਕਰਾਂਗੀ ਜੇਕਰ ਮੁੰਡੇ ਵਾਲਿਆਂ ਨੂੰ ਮੇਰੀ ਨੌਕਰੀ ਤੋਂ ਕੋਈ ਇਤਰਾਜ਼ ਨਾ ਹੋਵੇ ਅਤੇ ਮੇਰੀ ਨੌਕਰੀ ਵਿਆਹ ਤੋਂ ਬਾਅਦ ਵੀ ਜਾਰੀ ਰੱਖਣ ਦੀ ਇਜਾਜ਼ਤ ਦੇਣ। ਰਾਜਨ ਤਾਂ ਉਸਦੇ ਪਿਆਰ ਵਿੱਚ ਦੀਵਾਨਾ ਹੋ ਗਿਆ ਸੀ। ਉਸਨੇ ਆਪਣੇ ਮਾਂ-ਬਾਪ ਤੇ ਦਬਾਅ ਪਾਇਆ ਕਿ ਇਹ ਸ਼ਰਤ ਮਨਜ਼ੂਰ ਕਰ ਲਵੋ, ਕਿਉਂਕਿ ਔਰਤ ਦਾ ਨੌਕਰੀ ਕਰਨਾ ਕੋਈ ਗਲਤ ਗੱਲ ਨਹੀਂ ਹੈ। ਮੈਨੂੰ ਇਹ ਸ਼ਰਤ ਮਨਜ਼ੂਰ ਹੈ। ਉਸਦੇ ਮਾਂ-ਬਾਪ ਇੱਕ ਵਾਰ ਫੇਰ ਬੇਬਸ ਹੋ ਗਏ। ਮੁੰਡੇ ਦੇ ਪਿਆਰ ਅੱਗੇ ਹਥਿਆਰ ਸੁੱਟਣੇ ਪਏ। ਮਾਮਲਾ ਇਹ ਨਹੀਂ ਸੀ। ਅਸਲ ਮਾਮਲਾ ਤਾਂ ਇਹ ਸੀ ਕਿ ਲਵਲੀ ਰਾਜਨ ਨਾਲ ਵਿਆਹ ਨਹੀਂ ਕਰਨਾ ਚਾਹੁੰਦੀ ਸੀ, ਕਿਉਂਕਿ ਰਾਜਨ ਸੋਹਣਾ ਨਹੀਂ ਸੀ। ਇਸ ਲਈ ਉਹ ਅਜਿਹੀ ਸ਼ਰਤ ਰੱਖ ਰਹੀ ਸੀ ਤਾਂ ਜੋ ਮੁੰਡੇ ਵਾਲੇ ਆਪ ਹੀ ਮਨਾ ਕਰ ਦੇਣ, ਪਰ ਆਪਣੇ ਮਾਂ-ਬਾਪ ਦੇ ਦਬਾਅ ਕਾਰਨ ਉਸਨੂੰ ਰਾਜਨ ਨਾਲ ਵਿਆਹ ਕਰਨਾ ਪਿਆ। ਸੁਪਨਿਆਂ ਦੀ ਰਾਤ ਜਦੋਂ ਰਾਜਨ ਨੇ ਲਵਲੀ ਦਾ ਕੁੰਡ ਚੁੱਕਿਆ ਤਾਂ ਉਹ ਹੈਰਾਨ ਰਹਿ ਗਿਆ। ਸਹੇਲੀਆਂ ਨੇ ਸ਼ਿੰਗਾਰ ਕਰਕੇ ਉਸਦੇ ਹੁਸਨ ਨੂੰ ਚਾਰ ਚੰਨ ਲਗਾ ਦਿੱਤੇ। ਉਹ ਪਰੀਆਂ ਨਾਲੋਂ ਵੀ ਸੋਹਣੀ ਲੱਗ ਰਹੀ ਸੀ। ਜਦੋਂ ਉਸਨੇ ਆਪਣੀ ਨਵੀਂ ਦੁਲਹਨ ਦਾ ਹੱਥ ਫੜਨਾ ਚਾਹਿਆ ਤਾਂ ਉਹ ਰੋਂਦੀ ਹੋਈ ਬੈੱਡ ਤੋਂ ਉੱਠ ਕੇ ਖੜੀ ਹੋ ਗਈ ਅਤੇ ਸੋਫੇ ਤੇ ਜਾ ਬੈਠੀ। ਉਸਦੇ ਇਸ ਰਵੱਈਏ ਤੇ ਰਾਜਨ ਪਰੇਸ਼ਾਨ ਹੋ ਗਿਆ, ਪਰ ਲਵਲੀ ਨੂੰ ਮਜਬੂਰ ਨਹੀਂ ਕੀਤਾ ਕਿ ਅਕਸਰ ਕੁੜੀਆਂ ਵਿਆਹ ਦੇ ਰੀਤੀ ਰਿਵਾਜਾਂ ਨੂੰ ਨਹੀਂ ਸਮਝਦੀਆਂ, ਇਸ ਕਰਕੇ ਡਰੀਆਂ ਜਿਹੀਆਂ ਰਹਿੰਦੀਆਂ ਹਨ। ਅਗਲੇ ਦਿਨ ਸ਼ਾਮ ਨੂੰ ਦੁਲਹਨ ਨੇ ਆਪਣੇ ਮਾਂ-ਬਾਪ ਦੇ ਘਰ ਜਾਣ ਦੀ ਫਰਮਾਇਸ਼ ਕਰ ਦਿੱਤੀ। ਉਹ ਮਿਲਣ ਗਈ ਤਾਂ ਰਾਤ ਨੂੰ ਉੱਥੇ ਹੀ ਰਹਿ ਗਈ ਅਤੇ ਫਿਰ ਹਫ਼ਤੇ ਤੱਕ ਵਾਪਿਸ ਨਹੀਂ ਆਈ। ਤਾਂ ਫਿਰ ਉਸਦੇ ਮਾਂ-ਬਾਪ ਨੇ ਜ਼ਬਰਦਸਤੀ ਉਸਨੂੰ ਭੇਜਿਆ। ਉਹ ਆ ਤਾਂ ਗਈ, ਪਰ ਆਪਣੇ ਪਤੀ ਨਾਲ ਨਫ਼ਰਤ ਕਰਦੀ ਰਹੀ। ਰਾਜਨ ਪਰੇਸ਼ਾਨ ਸੀ, ਪਰ ਕਿਸੇ ਨੂੰ ਵੀ ਆਪਣੀ ਪਰੇਸ਼ਾਨੀ ਦੱਸ ਨਹੀਂ ਸਕਦਾ ਸੀ। ਉਸਨੇ ਸੋਚਿਆ ਕਿ ਤਮਾਸ਼ਾ ਬਣਨ ਤੋਂ ਪਹਿਲਾਂ ਖੁਦ ਹੀ ਇਹਨਾਂ ਹਾਲਾਤਾਂ ਨੂੰ ਸੰਭਾਲਣਾ ਜ਼ਰੂਰੀ ਹੈ। ਵਕਤ ਜ਼ਾਲਮ ਹੈ, ਉਹ ਕਿਸੇ ਦਾ ਇੰਤਜ਼ਾਰ ਨਹੀਂ ਕਰਦਾ। ਲਵਲੀ ਨੂੰ ਵੀ ਰਾਜਨ ਦੀਆਂ ਖਵਾਹਿਸ਼ਾਂ ਨਾਲ ਸਮਝੌਤਾ ਕਰਨਾ ਪਿਆ ਅਤੇ ਫਿਰ ਉਸਨੇ ਵੀ ਸ਼ਰਤ ਰੱਖ ਦਿੱਤੀ ਕਿ ਜੇਕਰ ਤੂੰ ਮੇਰੀ ਨਾ ਹੋਈ ਤਾਂ ਫਿਰ ਮੈਂ ਵੀ ਤੈਨੂੰ ਨੌਕਰੀ ਕਰਨ ਦੀ ਇਜਾਜ਼ਤ ਨਹੀਂ ਦੇਵਾਂਗਾ। ਤੂੰ ਘਰ ਤੋਂ ਇੱਕ ਕਦਮ ਵੀ ਬਾਹਰ ਨਹੀਂ ਰੱਖ ਸਕੇਂਗੀ। ਛੁੱਟੀਆਂ ਖਤਮ ਹੋਣ ਵਾਲੀਆਂ ਸਨ ਅਤੇ ਇਹ ਬਹੁਤ ਸਖਤ ਸ਼ਰਤ ਸੀ। ਲਵਲੀ ਹਰ ਹਾਲ ਵਿੱਚ ਆਪਣੀ ਨੌਕਰੀ ਜਾਰੀ ਰੱਖਣਾ ਚਾਹੁੰਦੀ ਸੀ। ਖੈਰ, ਕੁਝ ਦਿਨ ਉਖੜੀ ਰਹਿਣ ਤੋਂ ਬਾਅਦ ਉਹ ਰਾਜਨ ਨਾਲ ਖੁਸ਼ੀ-ਖੁਸ਼ੀ ਰਹਿਣ ਲੱਗੀ। ਉਹਨਾਂ ਦੇ 3 ਬੱਚੇ ਵੀ ਇਸ ਦੁਨੀਆ ਵਿੱਚ ਆ ਗਏ। ਲਵਲੀ ਨੇ ਫੇਰ ਵੀ ਨੌਕਰੀ ਨਹੀਂ ਛੱਡੀ। ਉਹ ਬੱਚਿਆਂ ਨੂੰ ਆਪਣੀ ਸੱਸ ਅਤੇ ਨਣਦਾਂ ਕੋਲ ਛੱਡ ਕੇ ਚਲੀ ਜਾਂਦੀ ਸੀ। ਇਸ ਤਰ੍ਹਾਂ 6 ਸਾਲ ਲੰਘ ਗਏ। ਨਣਦਾਂ ਨੇ ਉਸਨੂੰ ਮਜਬੂਰ ਕੀਤਾ ਜਾਂ ਤਾਂ ਉਹ ਆਪਣੀ ਨੌਕਰੀ ਛੱਡ ਦੇਵੇ ਜਾਂ ਫਿਰ ਅਲੱਗ ਘਰ ਵਿੱਚ ਰਹੇ ਅਤੇ ਆਪਣੇ ਬੱਚੇ ਆਪ ਸੰਭਾਲੇ। ਉਹ ਵੀ ਦਿਲ ਤੋਂ ਇਹੀ ਚਾਹੁੰਦੀ ਸੀ। ਉਸਨੇ ਇੱਕ ਬੁੱਢੀ ਔਰਤ ਨੂੰ ਬੱਚਿਆਂ ਨੂੰ ਸਵੇਰ ਤੋਂ ਸ਼ਾਮ ਤੱਕ ਸੰਭਾਲਣ ਲਈ ਇੱਕ ਨੌਕਰਾਣੀ ਦੇ ਤੌਰ ਤੇ ਰੱਖ ਲਿਆ ਅਤੇ ਆਪਣੀ ਨੌਕਰੀ ਜਾਰੀ ਰੱਖੀ। ਉਹ ਸਵੇਰੇ 9 ਵਜੇ ਜਾਂਦੀ ਅਤੇ ਸ਼ਾਮ ਨੂੰ 5 ਵਜੇ ਆ ਜਾਂਦੀ ਸੀ। ਰਾਜਨ ਦੀ ਨੌਕਰੀ ਤੇ ਤਨਖਾਹ ਵਧੀਆ ਸੀ। ਉਹ ਵੀ ਸਵੇਰ ਦਾ ਗਿਆ, ਸ਼ਾਮ ਨੂੰ 5 ਵਜੇ ਘਰ ਆ ਜਾਂਦਾ ਸੀ। ਇਸ ਦੌਰਾਨ ਬੱਚੇ ਉਸ ਬੁੱਢੀ ਔਰਤ ਕੋਲ ਘਰ ਵਿੱਚ ਹੀ ਰਹਿੰਦੇ ਸਨ। ਅਲੱਗ ਘਰ ਵਿੱਚ ਰਹਿਣ ਦੇ 7 ਸਾਲ ਬਾਅਦ ਪਤੀ ਪਤਨੀ ਵਿੱਚ ਕਿਸੇ ਗੱਲ ਨੂੰ ਲੈ ਕੇ ਝਗੜਾ ਹੋਣ ਲੱਗ ਪਿਆ। ਉਸ ਬੁੱਢੀ ਔਰਤ ਨੇ ਆਪਣੀ ਨੌਕਰੀ ਛੱਡ ਦਿੱਤੀ ਅਤੇ ਫਿਰ ਉਸੇ ਤਰ੍ਹਾਂ ਬੱਚਿਆਂ ਨੂੰ ਕਦੇ ਦਾਦੀ ਦੇ ਘਰ ਅਤੇ ਕਦੇ ਜਿੰਦੇ ਵਿੱਚ ਬੰਦ ਕਰਕੇ ਜਾਣ ਲੱਗੀ। ਰਾਜਨ ਦੀ ਜਿੱਦ ਵਧਣ ਲੱਗੀ ਕਿ ਹੁਣ ਬੱਚੇ ਸਕੂਲ ਜਾਣ ਦੇ ਲਾਇਕ ਹੋ ਰਹੇ ਹਨ। ਲਵਲੀ ਨੌਕਰੀ ਛੱਡ ਦੇ ਅਤੇ ਬੱਚਿਆਂ ਦੀ ਪੜ੍ਹਾਈ ਅਤੇ ਪਰਵਰਿਸ਼ ਤੇ ਘਰ ਵਿੱਚ ਰਹਿ ਕੇ ਧਿਆਨ ਦੇ, ਪਰ ਇਹ ਗੱਲ ਲਵਲੀ ਨੂੰ ਮਨਜ਼ੂਰ ਨਹੀਂ ਸੀ। ਉਹ ਉਹਨਾਂ ਹਾਲਾਤਾਂ ਵਿੱਚ ਵੀ ਨੌਕਰੀ ਨਾਲ ਲਿਪਟੀ ਰਹੀ ਅਤੇ ਹੌਲੀ-ਹੌਲੀ ਰਾਜਨ ਦੇ ਸੁਭਾਅ ਵਿੱਚ ਵੀ ਫਰਕ ਆਉਣ ਲੱਗਿਆ। ਉਹ ਬੁਝਿਆ ਰਹਿਣ ਲੱਗਿਆ ਅਤੇ ਦਿਮਾਗੀ ਦਬਾਅ ਦਾ ਸ਼ਿਕਾਰ ਹੋ ਕੇ ਦਿਮਾਗੀ ਮਰੀਜ਼ ਲੱਗਣ ਲੱਗਿਆ। ਉਹ ਹੁਣ ਬੱਚਿਆਂ ਨੂੰ ਵੀ ਪਿਆਰ ਨਾ ਕਰਦਾ, ਬਲਕਿ ਉਹਨਾਂ ਤੋਂ ਦੂਰ ਰਹਿਣ ਲੱਗਿਆ। ਉਸਦਾ ਰੰਗ ਸਾਂਵਲਾ ਅਤੇ ਨੈਣ ਨਕਸ਼ ਵੀ ਕੁਝ ਖਾਸ ਨਹੀਂ ਸਨ। ਉਹ ਬਿਲਕੁਲ ਵੀ ਸੋਹਣਾ ਨਹੀਂ ਸੀ, ਪਰ ਤਿੰਨੋਂ ਬੱਚੇ ਬਹੁਤ ਸੋਹਣੇ ਸਨ। ਹੁਣ ਉਸਨੂੰ ਸ਼ੱਕ ਹੋ ਗਿਆ ਕਿ ਬੱਚਿਆਂ ਦੀ ਸ਼ਕਲ ਉਸ ਨਾਲ ਨਹੀਂ ਮਿਲਦੀ ਅਤੇ ਨਾ ਹੀ ਉਸਦੇ ਭੈਣ ਭਾਈਆਂ ਅਤੇ ਖਾਨਦਾਨ ਦੇ ਕਿਸੇ ਹੋਰ ਮੈਂਬਰਾਂ ਨਾਲ ਮਿਲਦੀ ਹੈ। ਇਹ ਅਜੀਬ ਗੱਲ ਸੀ ਕਿ ਕਦੇ-ਕਦੇ ਉਹ ਆਪਣੇ ਸ਼ੱਕ ਦਾ ਇਜ਼ਹਾਰ ਆਪਣੀ ਮਾਂ ਨਾਲ ਇਸ ਤਰ੍ਹਾਂ ਕਰਨ ਲੱਗ ਗਿਆ ਕਿ ਇਹ ਬੱਚੇ ਉਸਨੂੰ ਆਪਣੇ ਨਹੀਂ ਲੱਗਦੇ ਕਿਉਂਕਿ ਇਹ ਬਹੁਤ ਸੋਹਣੇ ਹਨ। ਮਾਂ ਸਮਝਾਉਂਦੀ, ਬੇਟੇ ਤੇਰੇ ਨਾਲ ਨਹੀਂ ਮਿਲਦੇ ਤਾਂ ਕੀ ਹੋਇਆ,
ਉਹਨਾਂ ਦੀ ਮਾਂ ਤਾਂ ਖੂਬਸੂਰਤ ਹੈ, ਉਹਨਾਂ ਨੂੰ ਮਾਂ ਤੋਂ ਖੂਬਸੂਰਤੀ ਮਿਲੀ ਹੋਵੇਗੀ। ਕਈ ਵਾਰ ਮਾਂ-ਬਾਪ ਬਦਸੂਰਤ ਹੁੰਦੇ ਹਨ, ਪਰ ਉਹਨਾਂ ਦੇ ਬੱਚੇ ਖੂਬਸੂਰਤ ਹੁੰਦੇ ਹਨ। ਇਹ ਤਾਂ ਰੱਬ ਦੀ ਦੇਣ ਹੈ। ਇੱਕ ਦਿਨ ਰਾਜਨ ਆਪ ਹੀ ਇੱਕ ਡਾਕਟਰ ਕੋਲ ਚਲਾ ਗਿਆ, ਕਿਉਂਕਿ ਉਹ ਆਪਣੀ ਅਜੀਬੋ-ਗਰੀਬ ਸੋਚ ਤੋਂ ਤੰਗ ਆ ਗਿਆ ਸੀ। ਇਹ ਗੱਲਾਂ ਆਪਣੇ ਆਪ ਉਸਦੇ ਦਿਮਾਗ ਵਿੱਚ ਆ ਰਹੀਆਂ ਸਨ, ਜਿਸ ਨਾਲ ਉਹ ਦਿਮਾਗੀ ਤਕਲੀਫ ਵਿੱਚ ਘਿਰਿਆ ਹੋਇਆ ਸੀ। ਉਸਨੇ ਆਪਣੀ ਸਾਰੀ ਕਹਾਣੀ ਡਾਕਟਰ ਨੂੰ ਦੱਸ ਦਿੱਤੀ ਕਿ ਉਸਦੇ ਬੱਚੇ ਉਸਨੂੰ ਆਪਣੇ ਨਹੀਂ ਲੱਗਦੇ, ਕਿਉਂਕਿ ਉਹ ਬਹੁਤ ਖੂਬਸੂਰਤ ਹਨ, ਜਦੋਂ ਕਿ ਉਹ ਆਪ ਇੱਕ ਬਦਸ਼ਕਲ ਜਿਹਾ ਇਨਸਾਨ ਹੈ। ਉਸਨੇ ਦੱਸਿਆ ਕਿ ਉਹ ਇਸ ਸ਼ੱਕ ਨੂੰ ਆਪਣੇ ਦਿਮਾਗ ਵਿੱਚੋਂ ਕੱਢਣ ਦੀ ਬਹੁਤ ਕੋਸ਼ਿਸ਼ ਕਰਦਾ ਹੈ, ਪਰ ਇਹ ਜਿਵੇਂ ਉਸਦੇ ਦਿਮਾਗ ਵਿੱਚ ਚਿਪਕ ਕੇ ਹੀ ਰਹਿ ਗਿਆ ਹੈ। ਉਹ ਡਾਕਟਰ ਇਸ ਬਿਮਾਰੀ ਦਾ ਮਾਹਰ ਸੀ, ਇਸ ਲਈ ਉਹ ਉਸਦੀ ਪਰੇਸ਼ਾਨੀ ਚੰਗੀ ਤਰ੍ਹਾਂ ਸਮਝ ਗਿਆ ਸੀ। ਉਸਨੇ ਰਾਜਨ ਦਾ ਇਲਾਜ ਕੀਤਾ ਅਤੇ ਉਸਨੂੰ ਬਹੁਤ ਸਮਝਾਇਆ, ਪਰ ਉਸਦੀ ਬਿਮਾਰੀ ਵੱਧਦੀ ਹੀ ਗਈ। ਉਸਨੇ ਬਹੁਤ ਦਵਾਈ ਖਾਧੀ, ਪਰ ਫਿਰ ਵੀ ਉਹਨਾਂ ਸੋਚਾਂ ਨੇ ਉਸਦਾ ਪਿੱਛਾ ਨਹੀਂ ਛੱਡਿਆ ਅਤੇ ਤੰਗ ਆ ਕੇ ਉਸਨੇ ਇਲਾਜ ਛੱਡ ਦਿੱਤਾ। ਉਹ ਲਵਲੀ ਨਾਲ ਹੋਰ ਜ਼ਿਆਦਾ ਉਲਝਣ ਲੱਗਿਆ, ਬਾਰ-ਬਾਰ ਇਹੀ ਕਹਿੰਦਾ ਕਿ ਨੌਕਰੀ ਛੱਡ ਅਤੇ ਘਰ ਤੋਂ ਬਾਹਰ ਪੈਰ ਨਾ ਰੱਖ, ਨਹੀਂ ਤਾਂ ਘਰ ਨੂੰ ਜਿੰਦਾ ਲਗਾ ਕੇ ਤੈਨੂੰ ਕੈਦ ਕਰ ਦੇਵਾਂਗਾ। ਲਵਲੀ ਬਹੁਤ ਪਰੇਸ਼ਾਨ ਸੀ। ਉਹ ਵਾਰ-ਵਾਰ ਆਪਣੀ ਸੱਸ ਕੋਲ ਰਾਜਨ ਦੀ ਸ਼ਿਕਾਇਤ ਲੈ ਕੇ ਜਾਂਦੀ ਸੀ ਕਿ ਆਪਣੇ ਮੁੰਡੇ ਨੂੰ ਸਮਝਾਓ, ਇਹ ਅਜੀਬੋ-ਗਰੀਬ ਗੱਲਾਂ ਕਰਨ ਲੱਗੇ ਹਨ। ਜੇਕਰ ਮੈਨੂੰ ਨਹੀਂ ਰੱਖਣਾ ਚਾਹੁੰਦੇ ਤਾਂ ਬੇਸ਼ੱਕ ਤਲਾਕ ਲੈ ਲੈਣ, ਪਰ ਸ਼ੱਕ ਕਰਕੇ ਮੇਰੀ ਜ਼ਿੰਦਗੀ ਨੂੰ ਨਰਕ ਨਾ ਬਣਾਉਣ। ਮੇਰੀ ਕੋਈ ਗਲਤੀ ਨਹੀਂ ਹੈ, ਤੁਸੀਂ ਚਾਹੋ ਤਾਂ ਚੈੱਕ ਕਰ ਸਕਦੇ ਹੋ। ਲਵਲੀ ਨੇ ਕੁਝ ਗਲਤ ਤਾਂ ਨਹੀਂ ਕਿਹਾ ਸੀ, ਉਸਦੀ ਗੱਲ ਵੀ ਠੀਕ ਸੀ, ਪਰ ਉਸਦੀ ਇੱਕ ਜਿੱਦ ਸਾਰੇ ਮਾਮਲੇ ਨੂੰ ਵਿਗਾੜ ਰਹੀ ਸੀ ਕਿ ਉਹ ਨੌਕਰੀ ਨਹੀਂ ਛੱਡੇਗੀ। ਉਸਨੇ ਨੌਕਰੀ ਛੱਡ ਕੇ ਮਸਲੇ ਦਾ ਹੱਲ ਨਾ ਕੱਢਿਆ ਅਤੇ ਇਸ ਤਰ੍ਹਾਂ ਰਾਜਨ ਦੀ ਦਿਮਾਗੀ ਬਿਮਾਰੀ ਹੌਲੀ-ਹੌਲੀ ਵੱਧਦੀ ਗਈ। ਹੁਣ ਉਸਦੀਆਂ ਸੋਚਾਂ ਹੋਰ ਪਾਸੇ ਵੱਲ ਵਧਣ ਲੱਗੀਆਂ। ਉਸਨੇ ਆਪਣੀ ਖਰਾਬ ਦਿਮਾਗੀ ਹਾਲਤ ਕਰਕੇ ਚੰਗੀ ਭਲੀ ਨੌਕਰੀ ਛੱਡ ਦਿੱਤੀ ਅਤੇ ਲਗਾਤਾਰ ਆਪਣੀ ਪਤਨੀ ਦਾ ਪਿੱਛਾ ਕਰਨ ਲੱਗਿਆ। ਇੱਕ ਦਿਨ ਉਸਨੇ ਦੇਖਿਆ ਕਿ ਉਸਦੀ ਪਤਨੀ ਆਫਿਸ ਜਾਣ ਦੀ ਬਜਾਏ ਆਫਿਸ ਦੇ ਨੇੜੇ ਇੱਕ ਘਰ ਅੰਦਰ ਚਲੀ ਗਈ ਹੈ। ਉਸਨੇ ਚੌਕੀਦਾਰ ਤੋਂ ਪੁੱਛਿਆ ਕਿ ਕੀ ਇਹ ਔਰਤ ਇੱਥੇ ਪਹਿਲਾਂ ਵੀ ਆਉਂਦੀ ਜਾਂਦੀ ਹੈ ਅਤੇ ਇੱਥੇ ਕੌਣ ਰਹਿੰਦਾ ਹੈ। ਚੌਕੀਦਾਰ ਨੇ ਦੱਸਿਆ ਕਿ ਆਫਿਸ ਦਾ ਵੱਡਾ ਅਫਸਰ ਇੱਥੇ ਬੈਠਦਾ ਹੈ ਅਤੇ ਇਹ ਵੀ ਅਕਸਰ ਇੱਥੇ ਆਉਂਦੀ ਹੈ ਅਤੇ ਸਾਹਿਬ ਕੋਲ ਆਫਿਸ ਵਿੱਚ ਬੈਠਦੀ ਹੈ। ਕਦੇ-ਕਦੇ ਸਾਹਿਬ ਮੇਰੇ ਕੋਲੋਂ ਹੀ ਉਹਨਾਂ ਲਈ ਚਾਹ ਅਤੇ ਖਾਣਾ ਵਗੈਰਾ ਮੰਗਵਾਉਂਦੇ ਹਨ। ਇਹ ਸੁਣ ਕੇ ਰਾਜਨ ਦਾ ਦਿਮਾਗ ਘੁੰਮ ਗਿਆ। ਉਹ ਮਾਂ ਕੋਲ ਗਿਆ ਅਤੇ ਕਹਿਣ ਲੱਗਿਆ ਕਿ ਉਸਦਾ ਸ਼ੱਕ ਸਹੀ ਸੀ, ਲਵਲੀ ਬਦਚਲਣ ਹੈ। ਉਹ ਆਪਣੇ ਬੌਸ ਨਾਲ ਉਸਦੇ ਫਲੈਟ ਵਿੱਚ ਇਕੱਲੀ ਟਾਈਮ ਗੁਜ਼ਾਰਦੀ ਹੈ। ਮਾਂ ਨੇ ਕਿਹਾ, ਬੇਟੇ, ਬਿਨਾਂ ਦੇਖੇ ਬਹੂ ਤੇ ਇਹ ਬੁਰਾ ਇਲਜ਼ਾਮ ਲਗਾਉਣਾ ਠੀਕ ਨਹੀਂ ਹੈ। ਹੋ ਸਕਦਾ ਹੈ ਉਹ ਆਪਣੇ ਆਫਿਸ ਦੇ ਕੰਮ ਲਈ ਆਪਣੇ ਬੌਸ ਕੋਲ ਜਾਂਦੀ ਹੋਵੇ ਅਤੇ ਇਹ ਵੀ ਹੋ ਸਕਦਾ ਹੈ ਕਿ ਵੱਡੇ ਸਾਹਿਬ ਦਾ ਇੱਕ ਅਲੱਗ ਆਫਿਸ ਹੋਵੇ। ਇਹ ਗੱਲ ਰਾਜਨ ਨੂੰ ਚੰਗੀ ਨਹੀਂ ਲੱਗੀ ਅਤੇ ਉਹ ਆਪਣੀ ਮੰਮੀ ਨਾਲ ਵੀ ਨਾਰਾਜ਼ ਹੋ ਗਿਆ। ਉਹ ਉਸਦਾ ਪੱਖ ਲੈਣ ਦੀ ਬਜਾਏ ਬਹੂ ਦਾ ਪੱਖ ਲੈ ਰਹੀ ਸੀ। ਉਹ ਘਰ ਆ ਕੇ ਆਪਣੀਆਂ ਸੋਚਾਂ ਵਿੱਚ ਉਲਝਦਾ ਰਿਹਾ ਅਤੇ ਫਿਰ ਕਿਸੇ ਖਤਰਨਾਕ ਇਰਾਦੇ ਵਿੱਚ ਫਸ ਕੇ ਰਹਿ ਗਿਆ। ਉਸਦਾ ਮਾਨਸਿਕ ਸੰਤੁਲਨ ਹੁਣ ਪੂਰੀ ਤਰ੍ਹਾਂ ਖਰਾਬ ਹੋ ਚੁੱਕਿਆ ਸੀ। ਉਸਨੂੰ ਯਕੀਨ ਹੋ ਗਿਆ ਸੀ ਕਿ ਇਸ ਦੁਨੀਆ ਵਿੱਚ ਉਸਦਾ ਕੋਈ ਹਮਦਰਦ ਨਹੀਂ ਹੈ, ਇੱਥੋਂ ਤੱਕ ਕਿ ਉਸਦੇ ਆਪਣੇ ਘਰ ਵਾਲੇ ਵੀ ਲਵਲੀ ਦੀ ਤਰਫਦਾਰੀ ਕਰਦੇ ਹਨ। ਜਦੋਂ ਲਵਲੀ ਘਰ ਆਈ ਤਾਂ ਉਸਨੇ ਬਹੁਤ ਝਗੜਾ ਕੀਤਾ। ਲੜਦੇ-ਲੜਦੇ ਰਾਤ ਬੀਤ ਗਈ। ਇਸ ਕਲੇਸ਼ ਕਰਕੇ ਕਿਸੇ ਨੇ ਰੋਟੀ ਵੀ ਨਹੀਂ ਖਾਈ। ਰੋਂਦੇ ਸਿਸਕਦੇ ਡਰੇ ਸਹਿਮੇ ਬੱਚੇ ਭੁੱਖੇ ਹੀ ਸੋ ਗਏ। ਲਵਲੀ ਨੇ ਵੀ ਨੀਂਦ ਦੀ ਇੱਕ ਗੋਲੀ ਖਾ ਲਈ ਤਾਂ ਜੋ ਕੁਝ ਦੇਰ ਚੈਨ ਨਾਲ ਸੋ ਸਕੇ। ਉਹ ਅਕਸਰ ਝਗੜੇ ਤੋਂ ਬਾਅਦ ਨੀਂਦ ਦੀ ਗੋਲੀ ਖਾ ਲੈਂਦੀ ਸੀ ਤਾਂ ਜੋ ਟੈਨਸ਼ਨ ਦੀ ਹਾਲਤ ਵਿੱਚ ਪਰੇਸ਼ਾਨੀ ਨਾ ਸਹਿਣੀ ਪਵੇ, ਕਿਉਂਕਿ ਸਵੇਰੇ ਉੱਠ ਕੇ ਆਫਿਸ ਜਾਣਾ ਹੁੰਦਾ ਸੀ। ਇਸ ਦੇ ਇਲਾਵਾ ਲਵਲੀ ਨੂੰ ਹੋਰ ਕੋਈ ਹੱਲ ਨਜ਼ਰ ਨਹੀਂ ਆਉਂਦਾ ਸੀ, ਕਿਉਂਕਿ ਰਾਜਨ ਨੂੰ ਸਮਝਾਉਣਾ ਅਤੇ ਉਸਨੂੰ ਖੁਸ਼ ਕਰਨਾ ਉਸਦੇ ਵੱਸ ਦੀ ਗੱਲ ਨਹੀਂ ਸੀ। ਅੱਧੀ ਰਾਤ ਤੋਂ ਬਾਅਦ ਜਦੋਂ ਲਵਲੀ ਅਤੇ ਬੱਚੇ ਗੂੜੀ ਨੀਂਦ ਵਿੱਚ ਸੋ ਰਹੇ ਸਨ ਤਾਂ ਆਪਣੇ ਭਖੇ ਹੋਏ ਗੁੱਸੇ ਨੂੰ ਬਰਦਾਸ਼ਤ ਨਾ ਕਰਦੇ ਹੋਏ ਰਾਜਨ ਨੇ ਉਹ ਕੰਮ ਕਰ ਦਿੱਤਾ ਜਿਸਨੂੰ ਕੋਈ ਸੋਚ ਵੀ ਨਹੀਂ ਸਕਦਾ ਸੀ। ਉਸਨੇ ਤੇਜ਼ ਛੁਰੀ ਨਾਲ ਪਹਿਲਾਂ ਬੱਚਿਆਂ ਦੇ ਵਾਰੀ-ਵਾਰੀ ਗਲੇ ਕੱਟੇ, ਫਿਰ ਆਪਣੀ ਪਤਨੀ ਨੂੰ ਵੀ ਇਸੇ ਤਰ੍ਹਾਂ ਮੌਤ ਦੀ ਨੀਂਦ ਸਲਾਉਣ ਤੋਂ ਬਾਅਦ ਆਪਣੇ ਗਲੇ ਤੇ ਵੀ ਛੁਰੀ ਫੇਰ ਲਈ, ਪਰ ਉਹ ਜਿਉਂਦਾ ਬਚ ਗਿਆ, ਕਿਉਂਕਿ ਰੱਬ ਨੇ ਉਸਨੂੰ ਦੁਨੀਆ ਵਿੱਚ ਰਹਿੰਦੇ ਹੀ ਉਸਦੀ ਕਰਨੀ ਦੀ ਸਜ਼ਾ ਦੇਣੀ ਸੀ। ਸਵੇਰੇ-ਸਵੇਰੇ ਦੁੱਧ ਵਾਲੇ ਨੇ ਰੋਜ਼ ਦੀ ਤਰ੍ਹਾਂ ਦਰਵਾਜ਼ਾ ਖੜਕਾਇਆ ਤਾਂ ਉਸਦੀ ਨਜ਼ਰ ਇੱਕਦਮ ਨੀਚੇ ਗਈ, ਜਿੱਥੋਂ ਖੂਨ ਦੀਆਂ ਲਕੀਰਾਂ ਵਹਿ ਕੇ ਬਾਹਰ ਆ ਗਈਆਂ ਸਨ। ਉਸਨੇ ਘਬਰਾ ਕੇ ਮੁਹੱਲੇ ਵਾਲਿਆਂ ਨੂੰ ਇਕੱਠਾ ਕੀਤਾ। ਸਾਰੇ ਮੁਹੱਲੇ ਵਿੱਚ ਰੌਲਾ ਪੈ ਗਿਆ। ਫਿਰ ਪੁਲਿਸ ਵੀ ਆ ਗਈ। ਦਰਵਾਜ਼ਾ ਤੋੜ ਕੇ ਜਦੋਂ ਉਹ ਅੰਦਰ ਗਏ ਤਾਂ ਬੜਾ ਹੀ ਭਿਆਨਕ ਦ੍ਰਿਸ਼ ਸੀ। ਖੂਨ ਕਮਰੇ ਵਿੱਚੋਂ ਵਹਿ ਕੇ ਬਾਹਰ ਵਿਹੜੇ ਵਿੱਚ ਫੈਲ ਗਿਆ ਸੀ। ਇਸ ਮੰਜ਼ਰ ਨੂੰ ਦੇਖਣ ਦੀ ਕਿਸੇ ਦੀ ਹਿੰਮਤ ਨਹੀਂ ਸੀ।
ਬਦਕਿਸਮਤੀ ਨਾਲ ਰਾਜਨ ਸਿਰਫ ਬੇਹੋਸ਼ ਹੋਇਆ ਸੀ, ਉਸਦੀ ਨਸ ਕੱਟਣ ਤੋਂ ਬਚ ਗਈ ਸੀ। ਹੋਸ਼ ਵਿੱਚ ਆਉਣ ਤੋਂ ਬਾਅਦ ਉਹ ਜੇਲ੍ਹ ਦੀਆਂ ਸਲਾਖਾਂ ਪਿੱਛੇ ਸੀ। DNA ਦੀ ਰਿਪੋਰਟ ਨੇ ਇਹ ਸਾਬਿਤ ਕਰ ਦਿੱਤਾ ਸੀ ਕਿ ਤਿੰਨੋਂ ਬੱਚੇ ਉਸਦੇ ਆਪਣੇ ਖੂਨ ਸਨ, ਅਤੇ ਇਹ ਸੱਚਾਈ ਸਾਰਿਆਂ ਲਈ ਹੋਰ ਵੀ ਅਫਸੋਸ ਵਾਲੀ ਸੀ ਕਿ ਮਾਸੂਮ ਬੇਗੁਨਾਹ ਬੱਚਿਆਂ ਦੇ ਖੂਨ ਨਾਲ ਉਹਨਾਂ ਦੇ ਆਪਣੇ ਅਸਲ ਬਾਪ ਨੇ ਹੀ ਆਪਣੇ ਹੱਥ ਰੰਗ ਲਏ ਸਨ। ਰੱਬ ਅਜਿਹੇ ਦਿਮਾਗੀ ਮਰੀਜ਼ਾਂ ਤੋਂ ਸਭ ਨੂੰ ਬਚਾਏ ਜੋ ਆਪਣਾ ਇਲਾਜ ਕਰਾਉਣ ਦੀ ਬਜਾਏ ਦੂਸਰਿਆਂ ਦੀ ਜ਼ਿੰਦਗੀ ਨੂੰ ਆਪਣੇ ਸ਼ੱਕ ਦੀ ਭੇਟ ਚੜ੍ਹਾ ਦਿੰਦੇ ਹਨ। ਜੇਕਰ ਅਜਿਹੇ ਲੋਕਾਂ ਦੀ ਸਮਝ ਵਿੱਚ ਇਹ ਗੱਲ ਆ ਜਾਵੇ ਕਿ ਉਹਨਾਂ ਨੂੰ ਕੋਈ ਦਿਮਾਗੀ ਪਰੇਸ਼ਾਨੀ ਹੈ ਤਾਂ ਸਾਰਾ ਮਸਲਾ ਹੀ ਹੱਲ ਹੋ ਜਾਵੇ। ਹਕੀਕਤ ਇਹ ਹੈ ਕਿ ਅਜਿਹਾ ਮਰੀਜ਼ ਆਪ ਆਪਣੀ ਬਿਮਾਰੀ ਨਹੀਂ ਪਹਿਚਾਣ ਸਕਦਾ ਤਾਂ ਅਜਿਹੀ ਹਾਲਤ ਵਿੱਚ ਘਰ ਵਾਲਿਆਂ ਨੂੰ ਕਿਸੇ ਨਾ ਕਿਸੇ ਤਰ੍ਹਾਂ ਉਸਨੂੰ ਇਲਾਜ ਕਰਵਾਉਣ ਲਈ ਤਿਆਰ ਕਰਨਾ ਚਾਹੀਦਾ ਹੈ ਤਾਂ ਜੋ ਉਹ ਦੁਬਾਰਾ ਨਾਰਮਲ ਜ਼ਿੰਦਗੀ ਵੱਲ ਵੱਧ ਸਕੇ। ਤਾਂ ਦੋਸਤੋ, ਕਿਵੇਂ ਲੱਗੀ ਅੱਜ ਦੀ ਕਹਾਣੀ? ਕਮੈਂਟ ਕਰਕੇ ਜ਼ਰੂਰ ਦੱਸਿਓ। ਮਿਲਦੇ ਹਾਂ ਅਗਲੀ ਵੀਡੀਓ ਵਿੱਚ। ਤਦ ਤੱਕ ਲਈ ਧੰਨਵਾਦ।